ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਮੈਂ ਤੁਹਾਡੇ ਨਾਲ ਇੱਕ ਸੱਚੀ ਕਹਾਣੀ ਦੱਸਣ ਜਾ ਰਿਹਾ ਹਾਂ ਜੋ ਕਿ ਕਿਸੇ ਪਰਿਵਾਰ ਦੇ ਨਾਲ ਵਾਪਰੀ ਹੈ। ਇਹ ਕਹਾਣੀ ਇੱਕ ਬੱਚੇ ਦੀ ਹੈ ਕਿ ਉਸ ਬੱਚੀ ਨਾਲ ਇੱਕ ਪਰਿਵਾਰ ਦੀ ਜ਼ਿੰਦਗੀ ਕਿਸ ਤਰ੍ਹਾਂ ਬਦਲੀ। ਇੱਕ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ। ਦੋਨਾਂ ਭਰਾਵਾਂ ਦਾ ਮਾਤਾ ਪਿਤਾ ਨਹੀਂ ਸੀ। ਕੁਝ ਸਮਾਂ ਬੀਤਣ ਤੋਂ ਬਾਅਦ ਇੱਕ ਭਰਾ ਸ਼ਹਿਰ ਵਿੱਚ ਚਲ ਜਾਂਦਾ ਹੈ ਤੇ ਇੱਕ ਪਿੰਡ ਵਿੱਚ ਹੀ ਰਹਿੰਦਾ ਹੈ। ਜੋ ਉਸ ਦੀ ਥੋੜ੍ਹੀ ਬਹੁਤੀ ਜ਼ਮੀਨ ਬਚਦੀ ਉਹ ਉਸ ਵਿੱਚ ਗੁਜ਼ਾਰਾ ਕਰਦਾ ਸੀ। ਜਿਹੜਾ ਸ਼ਹਿਰ ਵਿੱਚ ਰਹਿੰਦਾ ਸੀ ਉਸ ਦੇ ਘਰ ਦੋ ਬੱਚੀਆਂ ਨੇ ਜਨਮ ਲਿਆ। ਹੁਣ ਉਸ ਦੇ ਘਰ ਇੱਕ ਤੀਸਰੀ ਬੱਚੀ ਵੀ ਪੈਦਾ ਹੋ ਜਾਂਦੀ ਹੈ। ਜਦੋਂ ਤੀਸਰੀ ਧੀ ਪੈਦਾ ਹੁੰਦੀ ਹੈ ਤਾਂ ਉਸ ਦਾ ਪਤੀ ਅਤੇ ਉਸ ਦੀ ਜੋ ਮਾਂ ਦੋਨੋਂ ਹੀ ਬਹੁਤ ਹੀ ਸੈਡ, ਬਹੁਤ ਹੀ ਦੁੱਖ ਵਿੱਚ ਰਹਿੰਦੇ ਹਨ ਅਤੇ ਉਸ ਦੀ ਮਾਂ ਹਮੇਸ਼ਾ ਹੀ ਉਸ ਧੀ ਨੂੰ ਫਟਕਾਰਾਂ ਪਾਉਂਦੀ ਰਹਿੰਦੀ ਹੈ ਕਿ ਕਿੱਥੇ ਮੇਰੇ ਘਰ ਵਿੱਚ ਜੰਮ ਗਈ ਹੈ, ਇਹ ਬੋਝ ਹੈ, ਇਹ ਪੱਥਰ ਹੈ। ਇਸੇ ਤਰ੍ਹਾਂ ਉਸ ਨਿੱਕੀ ਜਿਹੀ ਬੱਚੀ ਨੂੰ ਉਹ ਹਮੇਸ਼ਾ ਗਾਲਾਂ ਕੱਢਦੀ ਰਹਿੰਦੀ। ਇੱਕ ਦਿਨ ਜੋ ਉਸ ਆਦਮੀ ਦਾ ਜੋ ਭਰਾ ਪਿੰਡ ਵਿੱਚ ਰਹਿੰਦਾ ਸੀ ਉਸਨੂੰ ਪਤਾ ਚੱਲਦਾ ਹੈ ਕਿ ਉਸਦੇ ਭਰਾ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ, ਤਾਂ ਉਸ ਬੱਚੀ ਨੂੰ ਦੇਖਣ ਲਈ ਆਪਣੇ ਭਰਾ ਦੇ ਕੋਲ ਸ਼ਹਿਰ ਵਿੱਚ ਆਉਂਦਾ ਹੈ। ਜਦੋਂ ਉਹ ਸ਼ਹਿਰ ਵਿੱਚ ਆਉਂਦਾ ਹੈ ਤਾਂ ਉਸ ਜੋ ਸ਼ਹਿਰ ਵਿੱਚ ਰਹਿੰਦਾ ਉਸ ਦੀ ਪਤਨੀ ਉਸਨੂੰ ਉਹ ਬੇਟੀ ਫੜਾ ਕੇ ਤੇ ਆਪ ਚਾਹ ਪਾਣੀ ਦਾ ਪ੍ਰਬੰਧ ਕਰਦੀ ਹੈ ਤੇ ਨਾਲ ਹੀ ਉਸ ਬੱਚੀ ਨੂੰ ਦੁੱਧ ਪੀਣ ਨੂੰ ਦਿੰਦੀ ਹੈ ਤੇ ਨਾਲ ਹੀ ਮੂੰਹ ਵਿੱਚ ਬੁੜ ਗਾਲਾਂ ਕੱਢਦੀ ਰਹਿੰਦੀ ਹੈ ਉਸ ਬੱਚੀ ਨੂੰ। ਜੋ ਪਿੰਡ ਵਿੱਚੋਂ ਆਇਆ ਹੁੰਦਾ ਹੈ ਚੁੱਪ ਕਰਕੇ ਦੇਖਦਾ ਰਹਿੰਦਾ ਹੈ, ਸੁਣਦਾ ਰਹਿੰਦਾ ਹੈ ਸਾਰੀ ਵਾਰਦਾਤ ਨੂੰ। ਫਿਰ ਅਚਾਨਕ ਹੀ ਬੱਚੀ ਦੀ ਸਿਹਤ ਵਿਗੜਨ ਡੈ ਪੈਂਦੀ ਹੈ। ਉਹ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਉਲਟੀਆਂ ਕਰਦੀ ਇੰਨੀ ਜ਼ਿਆਦਾ ਉਲਟੀ ਕਰਦੀ ਹੈ ਕਿ ਉਸਦੀ ਸਿਹਤ ਡੀਹਾਈਡਰੇਸ਼ਨ ਦੇ ਕਾਰਨ ਬਹੁਤ ਜ਼ਿਆਦਾ ਉਹ ਬੱਚੀ ਕਮਜ਼ੋਰ ਜਾਂ ਕਹਿ ਲਈਏ ਬੇਹੋਸ਼ ਹੋਣ ਦੇ ਕਰਾਰ ਉੱਤੇ ਪਹੁੰਚ ਜਾਂਦੀ ਹੈ। ਇਹ ਸਭ ਕੁਝ ਦੇਖ ਕੇ ਉਹ ਜੋ ਪਿੰਡੋਂ ਆਇਆ ਸੀ ਉਹ ਆਪਣੀ ਭਰਜਾਈ ਨੂੰ ਕਹਿੰਦਾ ਹੈ ਕਿ ਭਾਬੀ ਤੂੰ ਬੱਚੀ ਨੂੰ ਲੈ ਕੇ ਬੈਠ, ਮੈਂ ਇਹਦੇ ਲਈ ਦੁੱਧ ਗਰਮ ਕਰਦਾ ਹਾਂ ਤੇ ਨਾਲ ਹੀ ਕੁਝ ਪਾਣੀ ਦਾ ਇੰਤਜ਼ਾਮ ਕਰਦਾ। ਜਦੋਂ ਉਹ ਰਸੋਈ ਵਿੱਚ ਜਾਂਦਾ ਹੈ ਦੁੱਧ ਨੂੰ ਗਰਮ ਕਰਨ ਵਾਸਤੇ ਤਾਂ ਉਹ ਦੇਖਦਾ ਹੈ ਕਿ ਦੁੱਧ ਦੇ ਵਿੱਚ ਇੱਕ ਕੋਹੜ ਕਿੱਲੀ ਦਾ ਬੱਚਾ ਡਿੱਗਾ ਹੁੰਦਾ ਹੈ ਜੋ ਕਿ ਮਰਿਆ ਹੁੰਦਾ ਹੈ ਤੇ ਉਹੀ ਦੁੱਧ ਉਹ ਬੱਚੀ ਨੂੰ ਉਸ ਦੀ ਮਾਂ ਨੇ ਦਿੱਤਾ। ਜਦੋਂ ਉਹ ਪੁੱਛਣ 'ਤੇ ਪਤਾ ਚੱਲਦਾ ਹੈ ਕਿ ਇਹੀ ਦੁੱਧ ਪਹਿਲਾਂ ਲੈ ਕੇ ਆਈ ਸੀ, ਮੈਂ ਆਪਣੀ ਬੱਚੀ ਨੂੰ ਦਿੱਤਾ ਤੇ ਹੁਣ ਇਹੀ ਦੁੱਧ ਫਿਰ ਤੂੰ ਲੈ ਆਇਆ। ਤਾਂ ਕਹਿੰਦਾ ਹੈ ਕਿ ਤੇਰਾ ਦਿਮਾਗ ਖਰਾਬ ਹੈ, ਤੂੰ ਨਿੱਕੀ ਜਿਹੀ ਕੁੜੀ ਨੂੰ ਮਰੀ ਹੋਈ ਕੋਹੜ ਕਿੱਲੀ ਵਾਲਾ ਦੁੱਧ ਪਿਆਤਾ ਤਾਂ ਹੁਣ ਇਹਦੀ ਸਿਹਤ ਠੀਕ ਨਹੀਂ ਹੈ, ਉਲਟੀਆਂ ਕਰਦੀ ਹੈ। ਇੰਨੀ ਗੱਲ ਕਹਿ ਕੇ ਤੇ ਨਾਲ ਹੀ ਉਹ ਕਹਿੰਦਾ ਕਿ ਜੇਕਰ ਤੈਨੂੰ ਇਹ ਬੱਚੀ ਨਹੀਂ ਚਾਹੀਦੀ ਤੂੰ ਮੈਨੂੰ ਦੇ ਦੇ, ਮੈਂ ਇਸ ਬੱਚੀ ਨੂੰ ਪਾਲਾਂਗਾ ਪੋਸ਼ਾਂਗਾ, ਪਰ ਇਹਨੂੰ ਇੰਨੀਆਂ ਫਟਕਾਰਾਂ ਨਾ ਪਾ, ਇਹਨੂੰ ਤਸੀਹੇ ਨਾ ਦੇ ਕਿ ਤੂੰ ਜ਼ਹਿਰ ਵਾਲਾ ਕੋਹੜ ਕਿੱਲੀ, ਕੱਲ੍ਹ ਨੂੰ ਕੋਈ ਚੀਜ਼ ਹੋਰ ਮਰੀ ਹੋਊਗੀ, ਤੂੰ ਜ਼ਹਿਰ ਵਾਲਾ ਦੁੱਧ ਨੂੰ ਪਿਆਲਣ ਦੇ। ਜੇ ਤੈਨੂੰ ਇੰਨੀ ਬੇਇੱਜ਼ਤੀ ਮਾੜੀ ਹੈ ਤੇਰੇ ਲਈ, ਇੰਨਾ ਤੈਨੂੰ ਭਾਰ ਹੈ ਇਸ ਧੀ ਦਾ, ਤਾਂ ਤੂੰ ਇਹ ਧੀ ਮੈਨੂੰ ਦੇ ਦੇ। ਇੰਨੀ ਗੱਲ ਕਹਿ ਕੇ ਉਹ ਉਸ ਬੱਚੀ ਨੂੰ ਨਾਲ ਲੈ ਕੇ ਆਪਣੇ ਪਿੰਡ ਆ ਜਾਂਦਾ ਹੈ। ਉਸ ਆਦਮੀ ਦੇ ਪਹਿਲਾਂ ਹੀ ਦੋ ਧੀਆਂ ਹੁੰਦੀਆਂ ਹਨ ਤੇ ਫਿਰ ਉਹ ਧੀ ਕਹਿੰਦਾ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਕੋਈ ਨਹੀਂ, ਸਮਝਾਂਗੇ ਸਾਡੇ ਜਾਂ ਦੋ ਨਹੀਂ ਤਿੰਨ ਧੀਆਂ ਹਨ, ਪਰ ਆਪਾਂ ਇਸ ਧੀ ਨੂੰ ਉੱਥੇ ਰੁਲ ਨਹੀਂ ਦੇਣਾ। ਉਹ ਤਾਂ ਪਾਪਣ ਇਸ ਨੂੰ ਮਾਰ ਦੇਣ ਲੱਗੀ ਸੀ ਇੰਨੀ ਜ਼ਹਿਰੀਲਾ ਦੁੱਧ ਦੇ ਕੇ, ਪਰ ਇਸ ਨੂੰ ਮੈਂ ਆਪਣੇ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮੇਰੇ ਅੰਦਰੋਂ ਆਵਾਜ਼ ਆਈ ਕਿ ਇਹ ਜੋ ਬੱਚੀ ਹੈ ਇਸ ਨੂੰ ਮੈਂ ਲੈ ਕੇ ਪਿੰਡ ਆ ਜਾਵਾਂ, ਤਾਂ ਸੋ ਮੈਂ ਇਸ ਨੂੰ ਆਪਣੇ ਨਾਲ ਪਿੰਡ ਹੀ ਲੈ ਆਇਆ। ਉਸ ਦੀ ਵਾਈਫ ਵੀ ਗੁਰੂ ਨਾਲ ਜੁੜੀ ਹੋਈ ਸੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੀ ਸੀ, ਨਿਤਨੇਮੀ ਸੀ ਤੇ ਉਸ ਨੇ ਵੀ ਖਿੜੇ ਮੱਥੇ ਉਸ ਬੱਚੀ ਨੂੰ ਸਵੀਕਾਰ ਕੀਤਾ ਅਤੇ ਉਸ ਦੀ ਪਾਲਣ ਪੋਸ਼ਣ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਮਾਂ ਬੀਤਣ ਤੋਂ ਬਾਅਦ ਉਹਨਾਂ ਦੇ ਘਰ ਇੱਕ ਸਮੇਂ ਹੀ ਦੋ ਪੁੱਤਰ ਪੈਦਾ ਹੁੰਦੇ ਹਨ, ਜੁੜਵੇਂ। ਉਸ ਧੀ ਦੇ ਆਉਣ ਤੋਂ ਬਾਅਦ ਵਿੱਚ ਉਹਨਾਂ ਦੇ ਘਰ ਦੋ ਪੁੱਤਰ ਪੈਦਾ ਹੁੰਦੇ ਹਨ। ਹੁਣ ਉਹ ਦੋਨੋਂ ਜੀ ਬਹੁਤ ਖੁਸ਼ ਹਨ,
ਭਾਵੇਂ ਕਿ ਉਹਨਾਂ ਦੀ ਜ਼ਮੀਨ ਥੋੜ੍ਹੀ ਸੀ, ਬਟ ਫਿਰ ਵੀ ਉਹਨਾਂ ਨੇ 3 ਧੀਆਂ ਅਤੇ 2 ਜੋ ਪੁੱਤਰ ਹੋਏ ਹਨ, ਉਹਨਾਂ ਨੂੰ ਬੜਾ ਹੀ ਚੰਗੀ ਤਰ੍ਹਾਂ ਉਹਨਾਂ ਦੀ ਪਰਵਰਿਸ਼ ਕੀਤੀ। ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ, ਨਿਤਨੇਮ ਕਰਨਾ ਸਿਖਾਇਆ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਕਿਸ ਤਰ੍ਹਾਂ ਨਿਤਨੇਮ ਕਰਨਾ ਹੈ। ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਗਏ, ਤਿਉਂ-ਤਿਉਂ ਉਹਨਾਂ ਦੇ ਕਾਰੋਬਾਰ ਵਿੱਚ ਤਰੱਕੀਆਂ ਹੁੰਦੀਆਂ ਗਈਆਂ। ਜੋ ਉਸ ਲੜਕੀ ਦੀਆਂ 2 ਭੈਣਾਂ ਸੀ, ਉਸ ਆਦਮੀ ਦੀਆਂ ਜੋ ਵੱਡੀਆਂ 2 ਕੁੜੀਆਂ ਸੀ, ਇਹ ਸਾਰੀ ਚਰਚਾ ਸੁਣ ਕੇ ਉਹਨਾਂ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਸੋਭਾ ਹੋਈ ਕਿ ਇਹ ਇੰਨਾ ਚੰਗਾ ਹੈ, ਇਹ ਗੁਰਸਿੱਖ ਪਰਿਵਾਰ ਇੰਨਾ ਚੰਗਾ ਹੈ ਕਿ ਇਹਨਾਂ ਨੇ ਕਿਸੇ ਦੀ ਧੀ ਜੋ ਕਿ ਉਸ ਨੂੰ ਮਾਰ ਰਿਹਾ ਸੀ, ਉਸ ਦਾ ਭਰਾ, ਉਸ ਦੀ ਭਰਜਾਈ, ਉਸ ਨੂੰ ਲਿਆ ਕੇ ਇਹਨਾਂ ਨੇ ਪਾਲਿਆ ਹੈ, ਉਸ ਦੀ ਪਰਵਰਿਸ਼ ਕੀਤੀ ਹੈ, ਅਤੇ ਕਿੰਨੇ ਚੰਗੇ ਹਨ। ਅਤੇ ਇਸ ਆਦਮੀ ਦੀਆਂ ਇਸ ਦੀ ਪਤਨੀ ਦੀਆਂ ਜੋ ਧੀਆਂ ਹਨ, ਉਹ ਕਿੰਨੀਆਂ ਚੰਗੀਆਂ ਹੋਣਗੀਆਂ। ਤਾਂ ਲੋਕਾਂ ਦੀ ਇਹ ਸੋਭਾ ਚਾਰ ਸਵੇਰੇ ਹੋਣ ਲੱਗ ਪਈ। ਇਹ ਸੋਭਾ, ਇੱਕ ਪਰਿਵਾਰ ਬਾਹਰੋਂ ਆਇਆ ਸੀ, ਉਸ ਦੇ 2 ਪੁੱਤਰ ਸਨ ਕੈਨੇਡਾ ਤੋਂ। ਉਹ ਜਦੋਂ ਉਸ ਨੂੰ ਇੰਨੀ ਗੱਲ ਪਤਾ ਲੱਗਦੀ ਹੈ ਕਿ ਇੰਨਾ ਚੰਗਾ ਪਰਿਵਾਰ ਹੈ, ਤਾਂ ਸੋਚਦੇ ਹਨ ਕਿ ਜੇਕਰ ਇਸ ਦਾ ਪਿਤਾ ਅਤੇ ਇਸ ਦੀ ਜੋ ਮਾਤਾ ਹੈ ਇੰਨੀ ਚੰਗੀ ਹੈ, ਤਾਂ ਇਹਨਾਂ ਦੀਆਂ ਬੇਟੀਆਂ ਕਿੰਨੀਆਂ ਚੰਗੀਆਂ ਹੋਣਗੀਆਂ। ਕਿਉਂਕਿ ਅਕਸਰ ਬੱਚੇ, ਧੀਆਂ ਆਪਣੇ ਮਾਂ ਪਿਓ 'ਤੇ ਹੀ ਜਾਂਦੀਆਂ ਹਨ, ਆਪਣੇ ਮਾਂ ਪਿਓ ਤੋਂ ਹੀ ਸਿੱਖਦੀਆਂ ਹਨ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ। ਇਹ ਸਭ ਕੁਝ ਸੁਣ ਕੇ ਜੋ ਪਰਿਵਾਰ ਕੈਨੇਡਾ ਤੋਂ ਆਇਆ ਸੀ, ਉਹ ਉਹਨਾਂ ਦੀਆਂ ਵੱਡੀਆਂ ਧੀਆਂ ਦੋਨਾਂ ਨੂੰ ਆਪਣੇ ਦੋਨੋਂ ਬੇਟਿਆਂ ਦੇ ਨਾਲ ਮੰਗ ਕੇ ਰਿਸ਼ਤਾ ਲੈਂਦੇ ਹਨ, ਅਤੇ ਨਾਲ ਹੀ ਉਹਨਾਂ ਨੂੰ ਕਹਿੰਦੇ ਹਨ ਕਿ ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਆਹ ਕਰਨਾ ਹੈ। ਅਸੀਂ ਨਾ ਕੋਈ ਰੁਪਈਆ ਲੈਣਾ ਹੈ, ਅਤੇ ਨਾ ਆਪਾਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਜ, ਕਿਸੇ ਵੀ ਪ੍ਰਕਾਰ ਦਾ ਸਾਨੂੰ ਨਹੀਂ ਚਾਹੀਦਾ। ਜਦੋਂ ਇਹ ਖੁਸ਼ਖਬਰੀ, ਇਹ ਵਾਲੀ ਗੱਲ ਉਹ ਪਰਿਵਾਰ ਸੁਣਦਾ ਹੈ, ਉਹ ਆਦਮੀ ਸੁਣਦਾ ਹੈ, ਤਾਂ ਉਸਦੀ ਪਤਨੀ ਸੁਣਦਾ ਹੀ ਹੈ। ਉਹ ਦੋਨੋਂ ਜਾਣੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਡੇ ਉੱਪਰ ਕਿਸ ਤਰ੍ਹਾਂ ਕਿਰਪਾ ਹੋਈ। ਅਸੀਂ ਤਾਂ ਗਰੀਬ ਹਾਂ, ਦਿਹਾੜੀਦਾਰ ਹਾਂ, ਸਾਡੀ ਤਾਂ ਜ਼ਮੀਨ ਵੀ ਕਿੱਲਾ 1.5 ਕਿੱਲਾ ਹੈ, ਪਰ ਸਾਡੀ ਧੀਆਂ ਨੂੰ ਐਡੇ ਵੱਡੇ ਘਰ ਤੋਂ ਰਿਸ਼ਤੇ ਆ ਗਿਆ, ਸਿਰਫ ਅਤੇ ਸਿਰਫ ਉਹਨਾਂ ਦੀ ਸੋਭਾ ਸੁਣ ਕੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੇ ਹੋਣ ਕਾਰਨ ਉਹਨਾਂ ਦੀਆਂ ਜੋ ਧੀਆਂ ਸਨ, ਚੰਗੇ ਉਹਨਾਂ ਨੂੰ ਸੰਸਕਾਰ ਦਿੱਤੇ ਸੀ, ਉਹਨਾਂ ਦਾ ਰਿਸ਼ਤਾ ਐਡੇ ਵੱਡੇ ਮੁਲਕ, ਇੰਨੇ ਤਗੜੇ ਪਰਿਵਾਰ ਵਿੱਚ ਹੋ ਜਾਂਦਾ ਹੈ। ਉਹ ਵੀ ਪਰਿਵਾਰ ਪੂਰਨ ਗੁਰਸਿੱਖ ਹੁੰਦਾ ਹੈ। ਫਿਰ ਜੋ ਲੜਕੀ ਉਸ ਟਾਈਮ, ਜੋ ਉਸਦਾ ਭਰਾ ਦੀ ਬੇਟੀ ਸੀ ਅਸਲ ਵਿੱਚ, ਜਿਸ ਨੂੰ ਉਸਦਾ ਭਰਾ, ਉਸਦੀ ਪਤਨੀ ਮਾਰਨਾ ਚਾਹੁੰਦੇ ਸੀ, ਉਸ ਦਾ ਵੀ ਵਿਆਹ ਇੱਕ ਬੜੇ ਵੱਡੇ ਇੰਜੀਨੀਅਰ ਦੁਬਈ ਵਿੱਚ ਹੋ ਜਾਂਦਾ ਹੈ। ਉਸ ਇੰਜੀਨੀਅਰ ਦੇ ਨਾਲ ਉਸਦੇ ਜੋ ਦੋਨੋਂ ਭਰਾ ਸੀ, ਉਹ ਕੰਮ ਕਰਦੇ ਹੁੰਦੇ ਸੀ। ਘੱਟ ਪੜ੍ਹੇ ਹੋਣ ਕਰਕੇ, ਘਰ ਵਿੱਚ ਗਰੀਬੀ ਹੋਣ ਕਰਕੇ, ਉਹ ਦੁਬਈ ਵਿੱਚ ਘੱਟ ਪੜ੍ਹੇ ਸੀ ਅਤੇ ਲੇਬਰ ਦਾ ਕੰਮ ਕਰਦੇ ਸੀ। ਤਾਂ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਇੰਜੀਨੀਅਰ ਨਾਲ ਪੈ ਜਾਂਦਾ। ਜੋ ਵੀ ਉਹਨਾਂ ਨੇ ਕੰਮ ਕਰਨਾ, ਬੜੀ ਲਗਨ ਅਤੇ ਸੱਚੇ ਦਿਲੋਂ ਕਰਨਾ, ਅਤੇ ਹੱਕ ਦਾ ਕਰਨਾ, ਕਿਸੇ ਵੀ ਪੈਸੇ ਦੀ ਹੇਰਾਫੇਰੀ ਨਾ ਕਰਨੀ। ਇੰਜੀਨੀਅਰ ਇਹ ਸਭ ਕੁਝ ਦੇਖ ਕੇ ਉਹਨਾਂ ਨੂੰ ਕਹਿੰਦਾ, ਤੁਸੀਂ ਸੁਪਰਵਾਈਜ਼ਰ ਦਾ ਕੰਮ ਕਰਿਆ ਕਰੋ, ਕਿ ਤੁਹਾਡੇ 'ਚ ਬਹੁਤ ਹੀ ਜ਼ਿਆਦਾ ਇਮਾਨਦਾਰੀ ਹੈ। ਇਮਾਨਦਾਰੀ ਇਸ ਕਰਕੇ ਸੀ ਕਿ ਉਹ ਦੋਨੋਂ ਹੀ ਬੱਚੇ ਗੁਰੂ ਨਾਲ ਜੁੜੇ ਹੋਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਵੇਰੇ ਉਹਨਾਂ ਨੇ ਉੱਠਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਅਤੇ ਹਰ ਵੇਲੇ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਦੇ ਰਹਿਣਾ, ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ, ਗੁਰੂ ਸਾਹਿਬ ਜੀ ਦੀ ਰਜ਼ਾ ਵਿੱਚ ਰਹਿਣਾ। ਜੇ ਕਿਤੇ ਦਿਹਾੜੀ ਨਹੀਂ ਲੱਗਣੀ ਜਾਂ ਛੁੱਟੀ ਹੋ ਜਾਣੀ ਕਿਸੇ ਕਾਰਨ ਕਰਕੇ ਢਿੱਲੇ ਮੱਥੇ, ਤੇ ਉਹਨਾਂ ਨੇ ਕਦੇ ਵੀ ਮੱਥੇ 'ਤੇ ਵੱਟ ਨਾ ਪਾਉਣਾ। ਇੰਜੀਨੀਅਰ ਇਹ ਸਭ ਕੁਝ ਦੇਖ ਕੇ ਬੜਾ ਖੁਸ਼ ਹੁੰਦਾ ਹੈ। ਤਾਂ ਇੰਜੀਨੀਅਰ ਹਿੰਦੂ ਪਰਿਵਾਰ ਦਾ ਸੀ, ਪਰ ਫਿਰ ਵੀ ਉਹ ਸਭ ਕੁਝ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ, ਉਹਨਾਂ ਦਾ ਪਹਿਰਾਵਾ ਦੇਖ ਕੇ। ਅਤੇ ਉਹ ਉਹਨਾਂ ਨੂੰ ਕਹਿੰਦਾ ਕਿ ਜੇਕਰ ਤੁਹਾਡੀ ਕੋਈ ਭੈਣ ਹੋਵੇ ਤਾਂ ਮੈਂ ਉਸ ਨਾਲ ਰਿਸ਼ਤਾ ਕਰਨ ਲਈ ਤਿਆਰ ਸੀ। ਫਿਰ ਉਹ ਕਹਿੰਦੇ ਵੀ ਸਾਡੀ ਇੱਕ ਭੈਣ ਹੈ, ਉਹ ਪੜ੍ਹੀ ਭਾਵੇਂ ਘੱਟ ਹੈ, ਪਰ ਉਹ ਮਤਲਬ ਵੀ ਬਹੁਤ ਹੀ ਸੋਹਣੀ ਅਤੇ ਗੁਰਸਿੱਖੀ ਪਰਿਵਾਰ ਵਾਲੀ ਹੈ। ਉਹਦੀ ਰਹਿਤ ਬਹਿਤ ਵਿੱਚ ਪੂਰਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨਾਲ ਜੁੜੀ ਹੋਈ ਹੈ। ਅਤੇ ਉਸ ਧੀ ਦਾ, ਜਿਸ ਨੂੰ ਮਾਰਨ ਲੱਗਾ ਸੀ ਉਸਦਾ ਪਿਤਾ, ਉਸਦੀ ਮਾਂ, ਉਸ ਧੀ ਦਾ ਰਿਸ਼ਤਾ ਉਸ ਇੰਜੀਨੀਅਰ ਨਾਲ ਹੋ ਜਾਂਦਾ ਹੈ, ਜੋ ਕਿ ਅੱਜ ਉਹ ਦੁਬਈ ਵਿੱਚ ਪਤਾ ਨਹੀਂ ਕਿੰਨੀ ਕਰੋੜਾਂ ਦੀ ਮਾਲਕਿਨ ਬਣੀ ਬੈਠੀ ਹੈ। ਇਹ ਸੀ ਉਸ ਧੀ ਅਤੇ ਉਸ ਪਰਿਵਾਰ ਦੀ ਕਹਾਣੀ ਕਿ ਇੱਕ ਉਸਦਾ ਸਕਾ ਮਾਂ ਪਿਓ ਉਸ ਨੂੰ ਮਾਰਨ ਲੱਗਾ ਸੀ,
ਪਰ ਉਸਦੀ ਪਾਲਣ ਪੋਸ਼ਣ ਉਸਦੇ ਸਕੇ ਚਾਚੇ ਨੇ ਕੀਤੀ। ਤੇ ਜਦੋਂ ਚਾਚੇ ਦੇ ਘਰ ਉਹ ਬੱਚੀ ਆਉਂਦੀ ਤੇ ਚਾਚੇ ਦੇ ਘਰ ਵਿੱਚ ਕਿਸ ਤਰ੍ਹਾਂ ਖੁਸ਼ੀਆਂ ਆਉਂਦੀਆਂ। ਉਸ ਦੇ ਆਉਣ ਤੋਂ ਬਾਅਦ ਵਿੱਚ ਉਸ ਚਾਚੇ ਦੇ ਘਰ 2 ਪੁੱਤਰ ਇੱਕੋ ਸਮੇਂ ਪੈਦਾ ਹੁੰਦੇ ਤੇ ਨਾਲ ਜੋ ਉਸ ਦੀਆਂ ਵੱਡੀਆਂ 2 ਧੀਆਂ ਸੀ ਉਹਨਾਂ ਦਾ ਰਿਸ਼ਤਾ ਇਸੇ ਗੱਲ ਦੀ ਸ਼ੋਭਾ ਕਰਕੇ ਇੰਨੇ ਵਧੀਆ ਪਰਿਵਾਰ, ਗੁਰਸਿੱਖ ਪਰਿਵਾਰ ਤੇ ਇੰਨੇ ਵੱਡੇ ਮੁਲਕ ਵਿੱਚ ਹੁੰਦਾ। ਇਹ ਸੀ ਕਹਾਣੀ ਉਸ ਪਰਿਵਾਰ ਦੀ ਜਿਸ ਨੇ ਇੱਕ ਭਰਾ ਨੇ ਆਪਣੀ ਸਕੀ ਧੀ ਨੂੰ ਮਾਰਨਾ ਚਾਹਿਆ। ਸਕੀ ਮਾਂ ਨੇ ਉਸ ਧੀ ਨੂੰ ਮਾਰਨਾ ਚਾਹਿਆ, ਪਰ ਉਸ ਦੇ ਸਕੇ ਚਾਚੇ ਤਾਏ ਨੇ ਪਰਿਵਾਰ, ਇੱਕ ਗੁਰਸਿੱਖ ਪਤੀ ਪਤਨੀ ਨੇ ਉਸ ਧੀ ਨੂੰ ਬਚਾ ਕੇ ਉਸ ਧੀ ਦੀ ਪਾਲਣ ਪੋਸ਼ਣ ਕੀਤੀ। ਚਾਹੇ ਉਹਨਾਂ ਦੇ ਘਰ ਵਿੱਚ ਗਰੀਬੀ ਸੀ, ਪਰ ਫਿਰ ਵੀ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਮੰਨ ਕੇ ਉਸ ਧੀ ਨੂੰ ਪਾਲਿਆ ਪੋਸ਼ਿਆ ਤੇ ਉਸ ਦੀ ਉਹਨਾਂ ਦਾ ਸਾਫ਼ ਦਿਲ ਹੋਣ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੇ ਹੋਣ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਉੱਪਰ ਕਿਸ ਤਰ੍ਹਾਂ ਬਖਸ਼ਿਸ਼ਾਂ ਕੀਤੀਆਂ। ਉਹਨਾਂ ਘਰ ਵਿੱਚ ਖੁਸ਼ੀਆਂ ਦੇ ਭੰਡਾਰੇ ਬਖਸ਼ ਦਿੱਤੇ, ਅਨੇਕ ਖੁਸ਼ੀਆਂ ਆਈਆਂ ਤੇ ਅੱਜ ਤੱਕ ਉਹਨਾਂ ਦੇ ਪਰਿਵਾਰ ਦੀ ਸ਼ੋਭਾ ਹੁੰਦੀ ਹੈ ਤੇ ਉਹਨਾਂ ਦੇ ਪਰਿਵਾਰ ਦੀ ਲੋਕ ਦੂਸਰਿਆਂ ਨੂੰ ਐਗਜ਼ਾਮਪਲ ਦਿੰਦੀ ਹੈ ਕਿ ਜੇ ਬੰਦਾ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ, ਜੋ ਭਾਵੇਂ ਭਰਾ ਸੀ, ਜੋ ਹੋਰ ਵੀ ਕਿਸੇ ਦੀ ਧੀ ਦੀ ਪਾਲਣ ਪੋਸ਼ਣ ਕਰਨ ਵਾਲਾ ਤੇ ਗੁਰਸਿੱਖ ਤੇ ਗੁਰੂ ਨਾਲ ਜੁੜਨ ਵਾਲਾ, ਇਸ ਤਰ੍ਹਾਂ ਦਾ ਪਰਿਵਾਰ ਹੋਵੇ। ਇੰਨੀਆਂ ਹੀ ਗੱਲਾਂ 'ਚ ਕਹਿੰਦਾ ਹੋਇਆ ਮੈਂ ਆਪ ਜੀ ਦੇ ਕੋਲੋਂ ਖਿਮਾ ਮੰਗਦਾ ਹਾਂ ਜੇਕਰ ਇਹ ਕਹਾਣੀ ਸੁਣਾਉਂਦੇ ਸਮੇਂ ਮੇਰੇ ਕੋਲੋਂ ਭਾਵੁਕ ਹੋ ਕੇ ਕੋਈ ਵੱਧ ਘੱਟ ਗੱਲ ਕਹੀ ਗਈ ਹੋਵੇ, ਕਿਸੇ ਦਾ ਹਿਰਦੇ ਦੁਖੀ ਹੋਇਆ ਹੋਵੇ ਤੇ ਸਾਧ ਸੰਗਤ ਜੀ ਆਪ ਜੀ ਬਖਸ਼ਣਹਾਰ ਹੋ। ਸਾਧ ਸੰਗਤ ਸਭ ਤੋਂ ਵੱਡੀ ਵਾ। ਜਿਸ ਨੂੰ ਸਾਧ ਸੰਗਤ ਨੇ ਬਖਸ਼ ਲਿਆ ਉਸ ਨੂੰ ਹੋਰ ਕਿਸੇ ਦੀ ਬਖਸ਼ਣ, ਹੋਰ ਕਿਸੇ ਕੋਲੋਂ ਮਾਫ਼ੀ ਮੰਗਣ ਦੀ ਲੋੜ ਨਹੀਂ। ਇਸੇ ਕਰਕੇ ਮੈਂ ਹਰ ਵੇਲੇ ਆਪ ਜੀ ਕੋਲੋਂ ਹੀ ਮਾਫ਼ੀ ਮੰਗਦਾ ਹਾਂ ਤੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਗਲਤੀਆਂ ਦੀ ਮਾਫ਼ੀ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।